ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਟੀਚਿੰਗਸ ਦੇ ਆਨਗੋਇੰਗ ਗੁਰਮਤ ਕਲਾਸ ਸੈਸ਼ਨਸ ਦੇ ਵਿੱਚ ਜਿਹੜਾ ਅੱਜ ਦਾ ਸਾਡਾ ਟੌਪਿਕ ਜੋ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਉਹ ਹੈ ਅਰਦਾਸ। ਸੋ ਇਹਦੇ ਵਿੱਚ ਅਸੀਂ ਕੁਝ ਮਿੰਟਾਂ ਦੇ ਵਿੱਚ ਪਿਛਲੇ ਅਸੀਂ ਬੱਚਿਆਂ ਨਾਲ ਡਿਸਕਸ ਕੀਤਾ ਹੈ ਕਿ ਅਰਦਾਸ ਦੇ ਦੋ ਐਸਪੈਕਟ, ਕਲਚਰਲ ਐਂਡ ਸਪਿਰਿਚੁਅਲ ਐਸਪੈਕਟ, ਤੇ ਅਰਦਾਸ ਦਾ ਲਿਟਰਲ ਮੀਨਿੰਗ ਕੀ ਹੈ ਔਰ ਕਲਚਰਲੀ ਜਿਹੜੀ ਅਸੀਂ ਅਰਦਾਸ ਕਰਦੇ ਹਾਂ ਉਹ ਅਸੀਂ ਕਿੰਨਾ ਓਕੇਜ਼ਨ ਤੇ ਅਤੇ ਕਿਉਂ ਕਰਦੇ ਹਾਂ। ਤੋ ਉਹਨਾਂ ਜੋ ਵੀ ਸਾਡੀ ਡਿਸਕਸ਼ਨ ਬੱਚਿਆਂ ਨਾਲ ਹੋਈ ਹੈ ਅਸੀਂ ਹੁਣ ਇਹਨੂੰ ਰਿਕਾਰਡ ਕਰ ਲਾਂਗੇ ਫॉर ਐਨੀਬਡੀ ਐਲਸ ਹੂ ਵਾਂਟ ਟੂ ਟੇਕ ਐਡਵਾਂਟੇਜ ਐਂਡ ਫॉर ਦ ਕਿਡਸ ਹੂ ਕੁਡ ਨਾਟ ਜੁਆਇਨ ਅਸ ਟੁਡੇ। So let's quickly move on to the literal meaning of ardas, which is it means request or ask for something. The word ardas has its root in two languages. ਅਸੀਂ ਇਹਨੂੰ ਸਿੱਖਿਆ ਸੀਗਾ ਕਿ ਅਰਦਾਸ ਦਾ ਜਿਹੜਾ ਮੀਨਿੰਗ ਹੈ ਉਹ ਰਿਕੁਐਸਟ ਹੈ, ਬੇਨਤੀ ਹੈ, ਜਾਂ ਅਸੀਂ ਕੁਛ ਵੀ ਜਦੋਂ ਸੀਕ ਕਰਦੇ ਹਾਂ ਵਾਹਿਗੁਰੂ ਜੀ ਤੋਂ ਤੇ ਅਸੀਂ ਅਰਦਾਸ ਕਰਦੇ ਹਾਂ। ਸੋ ਇਹ ਦੋ ਲੈਂਗੁਏਜਸ ਦੇ ਵਿੱਚ ਇਹਦੇ ਰੈਫਰੈਂਸ ਮਿਲਦੇ ਹੈ। ਫਸਟ ਲੈਂਗੁਏਜ ਅਸੀਂ ਜਿਹੜੀ ਸਿੱਖੀ ਸੀਗੀ ਸੰਸਕ੍ਰਿਤ, ਕਿ ਇਟਸ ਐਨ ਓਲਡ ਇੰਡੀਅਨ ਲੈਂਗੁਏਜ। ਇਹਦੇ ਵਿੱਚ ਜਿਹੜਾ ਅਰਥ ਦਾ ਮੀਨਿੰਗ ਹੁੰਦਾ ਹੈ ਰਿਕੁਐਸਟ ਜਾਂ ਆਸਕ ਕਰਨਾ ਜਾਂ ਬੈਗ ਕਰਨਾ। ਐਂਡ ਫਿਰ second language ਜਿੱਥੋਂ ਸਾਨੂੰ ਰੈਫਰੈਂਸ ਮਿਲ ਰਿਹਾ ਇਹਦਾ is Persian, which is a Middle Eastern language। ਇਹਦੇ ਵਿੱਚ ਅਰਦਾਸ ਦਾ ਜਿਹੜਾ ਮੀਨਿੰਗ ਹੈ which means a written petition or a request to someone। so ਫਿਰ ਅਸੀਂ ਸਿੱਖਿਆ ਸੀ ਕਿ ਅਰਦਾਸ is a symbol of being humble and seeking strength। ਅਸੀਂ ਸਿੱਖਿਆ ਸੀ ਕਿ ਜੇ ਅਸੀਂ ਪ੍ਰਾਊਡ ਮੋਮੈਂਟਸ ਵਿੱਚ ਆਪਣੀ ਜ਼ਿੰਦਗੀ ਜੀਨੇ ਆ then we never seek the strength to stay humble। ਸਾਡੀ ਲਾਈਫ ਵਿੱਚ ਆਪਾਂ ਲਾਸਟ ਸੈਸ਼ਨਸ ਵਿੱਚ ਵੀ ਲਰਨ ਕੀਤਾ ਸੀ ਕਿ ਸਾਨੂੰ ਹਮੇਸ਼ਾ ਆਪਣੇ ਟਾਰਗੇਟਸ ਵੱਲ ਮੂਵ ਫਾਰਵਰਡ ਕਰਨ ਲਈ ਸਾਨੂੰ ਹਮੇਸ਼ਾ ਗ੍ਰੇਟਫੁਲ ਰਹਿਣਾ ਪਏਗਾ, ਸਾਨੂੰ ਹਮੇਸ਼ਾ ਹੰਬਲ ਰਹਿਣਾ ਪਏਗਾ। ਇਸ ਕਰਕੇ ਅਰਦਾਸ ਜੋ ਹੈ ਸਾਡੇ ਕਲਚਰ ਦਾ ਪਾਰਟ ਹੈ ਤਾਂ ਕਿ ਅਸੀਂ ਹਮੇਸ਼ਾ ਹੰਬਲ ਰਹੀਏ ਤੇ ਅਸੀਂ ਹਮੇਸ਼ਾ ਸਾਨੂੰ ਜਿਹੜੀ ਫਾਈਨਲ ਸਟਰੈਂਥ ਚਾਹੀਦੀ ਹੈ ਆਫਟਰ ਡੂਇੰਗ ਆਵਰ 100% ਐਫਰਟਸ, ਸਾਨੂੰ ਉਹ ਸਟਰੈਂਥ ਸੀਕ ਕਰਨ ਲਈ ਵਾਹਿਗੁਰੂ ਜੀ ਨਾਲ ਹਮੇਸ਼ਾ ਅਰਦਾਸ ਕਰਦੇ ਰਹਿਣਾ ਪਏਗਾ। ਸੋ ਅਰਦਾਸ ਜਿਹੜੀ ਹੈ ਇੱਕ ਬੜਾ ਸਿਗਨੀਫਿਕੈਂਟ ਪਾਰਟ ਹੈ ਸਿੱਖ ਕਲਚਰ ਦਾ। ਸੋ ਅਸੀਂ ਜਿਹੜਾ ਆਉਣ ਵਾਲੀ ਸਲਾਈਡ ਦੇ ਵਿੱਚ ਹੁਣ ਸਿੱਖਾਂਗੇ ਕਿ ਸਾਨੂੰ ਜਿਹੜਾ ਕਲਚਰਲ ਐਸਪੈਕਟ ਤੋਂ ਅਸੀਂ ਅਰਦਾਸ ਕਦੋਂ ਕਰਦੇ ਹਾਂ ਤੇ ਕਿਉਂ ਕਰਦੇ ਹਾਂ। ਸੋ ਅਰਦਾਸ ਦੇ ਜਿਹੜੇ ਕੁਝ ਐਗਜ਼ਾਮਪਲਸ, ਕੁਝ ਓਕੇਜ਼ਨਸ ਨੇ ਤੇ ਅਸੀਂ ਉਹਨਾਂ ਓਕੇਜ਼ਨਸ ਤੇ ਕਿਉਂ ਕਰਦੇ ਹਾਂ ਅਸੀਂ ਹੁਣੇ ਬੱਚਿਆਂ ਨਾਲ ਡਿਸਕਸ ਕੀਤਾ ਤੇ ਉਹਨੂੰ ਵੈਰੀ ਕੁਇਕਲੀ ਜਿਹੜੇ ਬੱਚੇ ਨਹੀਂ ਅਟੈਂਡ ਕਰ ਸਕੇ ਉਹਨਾਂ ਵਾਸਤੇ ਦੁਬਾਰਾ ਰਿਕਾਰਡ ਕਰ ਰਹੇ ਹਾਂ ਛੋਟੇ ਜਿਹੇ ਉਦਮ ਨਾਲ ਕਿ ਅਸੀਂ ਜਦੋਂ ਕੋਈ ਵੀ ਦੀਵਾਨ ਜਿਹੜਾ ਉਹ ਸ਼ੁਰੂ ਕਰਦੇ ਹਾਂ ਜਾਂ ਦੀਵਾਨ ਦੀ ਸਮਾਪਤੀ ਤੇ ਅਸੀਂ ਅਰਦਾਸ ਕਰਦੇ ਹਾਂ। ਉਹ ਅਰਦਾਸ ਅਸੀਂ ਕਿਉਂ ਕਰਦੇ ਹਾਂ? ਅਸੀਂ ਵਾਹਿਗੁਰੂ ਜੀ ਨੂੰ, ਅਸੀਂ ਪਰਮੇਸ਼ਰ ਨੂੰ, ਅਕਾਲ ਪੁਰਖ ਜੀ ਨੂੰ ਅਸੀਂ ਅਰਦਾਸ ਕਰਦੇ ਹਾਂ ਕਿ ਸਾਨੂੰ ਸਟਰੈਂਥ ਦਿਓ ਤਾਂ ਕਿ ਅਸੀਂ ਹੁਣ ਜੋ ਗੁਰਬਾਣੀ ਪੜ੍ਹਨ ਲੱਗੇ ਹਾਂ ਇਹ ਗੁਰਬਾਣੀ ਨੂੰ ਅਸੀਂ ਧਿਆਨ ਲਗਾ ਕੇ ਸੁਣ ਸਕੀਏ, ਪੜ੍ਹ ਸਕੀਏ ਤੇ ਅਸੀਂ ਇਸ ਵਿੱਚੋਂ ਜਿਹੜੀ ਨੌਲੇਜ ਲੈਣੀ ਹੈ ਉਸ ਨੌਲੇਜ ਨੂੰ ਆਪਣੀ ਲਾਈਫ ਵਿੱਚ ਅਪਲਾਈ ਕਰ ਸਕੀਏ। ਇਸ ਕਰਕੇ ਅਸੀਂ ਹਰੇਕ ਦੀਵਾਨ ਦੇ ਸ਼ੁਰੂਆਤ ਵਿੱਚ ਔਰ ਉਹਦੀ ਸਮਾਪਤੀ ਵਿੱਚ ਅਸੀਂ ਜੋ ਹੈ ਅਰਦਾਸ ਕਰਦੇ ਹਾਂ। ਸੋ ਦੀ ਅਦਰ ਇੱਕ ਪੁਆਇੰਟ ਅਸੀਂ ਜਿਹੜਾ ਬੱਚਿਆਂ ਨਾਲ ਡਿਸਕਸ ਕੀਤਾ ਹੈ ਕਿ ਜਦੋਂ ਕੋਈ ਨਵਾਂ ਬੱਚਾ ਪੈਦਾ ਹੁੰਦਾ ਹੈ ਤੇ ਅਸੀਂ ਉਦੋਂ ਅਰਦਾਸ ਕਰਦੇ ਹਾਂ, ਅਸੀਂ ਪਰਮੇਸ਼ਵਰ ਜੀ ਨੂੰ ਬੇਨਤੀ ਕਰਦੇ ਹਾਂ, ਜੋਦੜੀ ਕਰਦੇ ਹਾਂ ਕਿ ਇਸ ਨਵੀਂ ਜ਼ਿੰਦਗੀ ਨੂੰ ਜੋ ਸਾਡੇ ਕੋਲ ਇੱਥੇ ਇਸ ਵੇਲੇ ਆਈ ਹੈ, ਇਸ ਜ਼ਿੰਦਗੀ ਨੂੰ ਉਹ ਗੁਰਬਾਣੀ ਦੀ ਗਾਈਡੈਂਸ ਦੇ ਵਿੱਚ ਜੀਣ ਦੀ ਸਮਰੱਥਾ ਦਿਓ, ਉਹ ਤਾਕਤ ਦਿਓ, ਉਹ ਸਟਰੈਂਥ ਦਿਓ ਤਾਂ ਕਿ ਅਸੀਂ ਕਲੈਕਟਿਵਲੀ ਹੁਣ ਜਿਹੜੇ ਐਜ਼ ਅ ਗਰੁੱਪ ਆਪਣੀ ਲਾਈਫ ਨੂੰ ਲੀਡ ਕਰਨਾ ਅਸੀਂ ਸਾਰੇ ਇਕੱਠੇ ਗੁਰਮਤ ਦੇ ਫਲਸਫੇ ਤੇ ਆਪਣਾ ਜੀਵਨ ਜੀ ਸਕੀਏ। ਤੀਜਾ ਸਾਡਾ ਪੁਆਇੰਟ ਸੀ ਜੋ ਅਸੀਂ ਡਿਸਕਸ ਕੀਤਾ ਹੈ ਕਿ ਅਸੀਂ ਜਦੋਂ ਕੋਈ ਨਵਾਂ ਘਰ ਬਣਾ ਰਹੇ ਹਾਂ ਤੇ ਅਸੀਂ ਅਰਦਾਸ ਕਰਦੇ ਹਾਂ ਅਕਾਲ ਪੁਰਖ ਜੀ ਨੂੰ ਕਿ ਵੀ ਤੁਹਾਡਾ ਧੰਨਵਾਦ ਕਿ ਸਾਡੇ ਕੋਲ ਰਹਿਣ ਵਾਸਤੇ ਇੱਕ ਜਗ੍ਹਾ ਆਈ ਹੈ ਜਿੱਥੇ ਅਸੀਂ ਜਾ ਕੇ ਹੁਣ ਆਪਣੀ ਜ਼ਿੰਦਗੀ ਜੀਣੀ ਹੈ। ਬਟ ਐਟ ਦ ਸੇਮ ਟਾਈਮ ਅਸੀਂ ਅਰਦਾਸ ਕਰਦੇ ਹਾਂ ਕਿ ਅਸੀਂ ਹੁਣ ਲਾਲਚੀ ਨਾ ਹੋ ਜਾਈਏ, ਅਸੀਂ ਇਸ ਘਰ ਨੂੰ ਸਜਾਉਣ ਵਾਸਤੇ ਆਪਣਾ ਜੀਵਨ ਨਾ ਖਰਾਬ ਕਰ ਦਈਏ ਤੇ ਅਸੀਂ ਹੋਰ ਤੇ ਹੋਰ ਘਰ ਲੈਣ ਵਾਸਤੇ ਜਾਂ ਇਸ ਘਰ ਵਾਸਤੇ ਹੋਰ ਤੇ ਹੋਰ ਚੀਜ਼ਾਂ ਲੈਣ ਵਾਸਤੇ ਆਪਣੀ ਲਾਈਫ ਨੂੰ ਨਾ ਵੇਸਟ ਕਰੀਏ ਤੇ ਅਸੀਂ ਹੁਣ
ਆਪਣੇ ਗੁਰਬਾਣੀ ਨੂੰ ਸੁਣੀਏ ਔਰ ਗੁਰਬਾਣੀ ਵਿੱਚੋਂ ਮਿਲੇ ਹੋਏ ਮੈਸੇजेस ਨੂੰ ਆਪਣੀ ਲਾਈਫ ਵਿੱਚ ਅਪਲਾਈ ਕਰਕੇ ਆਪਣੀ ਜ਼ਿੰਦਗੀ ਵੱਲ ਫੋਕਸ ਕਰੀਏ। ਦੈਨ ਸੀਗਾ ਕਿ ਅਸੀਂ ਜਦੋਂ ਕੋਈ ਨਵੀਂ ਜੌਬ ਕਰਦੇ ਆ ਤਾਂ ਉਸ ਜੌਬ ਦੇ ਵਿੱਚ ਜਾਂ ਨਵੀਂ ਕੋਈ ਗੇਮ ਜੁਆਇਨ ਕਰਦੇ ਆ ਜਾਂ ਅਸੀਂ ਨਵਾਂ ਸਕੂਲ ਜੁਆਇਨ ਕਰਦੇ ਆ, ਹਰੇਕ ਜਗ੍ਹਾ ਦੇ ਆਪਣੇ ਰੂਲਸ ਐਂਡ ਰੈਗੂਲੇਸ਼ਨਸ ਹੁੰਦੇ ਨੇ। ਅਸੀਂ ਅਰਦਾਸ ਕਰਦੇ ਆ ਕਿ ਮੈਨੂੰ ਸਟਰੈਂਥ ਦਿਓ ਤਾਂ ਕਿ ਮੈਂ ਕਮਿਟਡ ਰਵਾਂ, ਮੈਂ ਓਨੈਸਟ ਰਵਾਂ, ਮੈਂ ਜਿੱਥੇ ਵੀ ਜਾ ਰਿਹਾ, ਜਿਹੜੀ ਵੀ ਸੰਸਥਾ ਵਿੱਚ ਜਾ ਰਿਹਾ, ਮੈਂ ਓਨੈਸਟਲੀ ਉਹਨਾਂ ਦੇ ਰੂਲਸ ਨੂੰ ਫੋਲੋ ਕਰਾਂ ਤੇ ਜੋ ਗੁਰਬਾਣੀ ਦੀ ਗਾਈਡੈਂਸ ਮੇਰੀ ਲਾਈਫ ਵਿੱਚ ਹੈਗੀ ਹੈ ਮੈਂ ਉਹਨੂੰ ਫੋਲੋ ਕਰਾਂ ਤੇ ਮੈਂ ਆਪਣੇ ਟਾਰਗੇਟਸ ਵੱਲ ਔਰ ਸੰਸਥਾ ਦੇ ਟਾਰਗੇਟਸ ਵੱਲ ਆਪਣਾ ਗਰੋ ਕਰਾਂ। ਤੇ ਜਿਹੜਾ ਸਾਡਾ ਨੈਕਸਟ ਪੁਆਇੰਟ ਸੀਗਾ ਉਹ ਸੀ ਜਦੋਂ ਵੀ ਵਿਆਹ ਹੁੰਦਾ ਹੈ ਜਾਂ ਮੈਰਿਜ ਹੁੰਦੀ ਹੈ ਅਸੀਂ ਉਦੋਂ ਅਰਦਾਸ ਕਰਦੇ ਹਾਂ। ਤੇ ਸਾਡਾ ਜਿਹੜਾ ਮੇਨ ਰੀਜ਼ਨ ਹੈ ਜੋ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਬੱਚਿਆਂ ਨਾਲ ਕਿ ਅਸੀਂ ਇੱਕ ਦੂਜੇ ਨਾਲ ਹੰਬਲ ਰਹੀਏ, ਇੱਕ ਦੂਜੇ ਨਾਲ ਓਨੈਸਟ ਰਹੀਏ ਤੇ ਅਸੀਂ ਇਕੱਠੇ ਜਿਹੜੇ ਹੈ ਕਲੈਕਟਿਵਲੀ ਅਸੀਂ ਕੰਮ ਕਰ ਸਕੀਏ, ਗਰੋ ਕਰ ਸਕੀਏ ਗੁਰਬਾਣੀ ਤੋਂ ਗਾਈਡੈਂਸ ਲੈ ਕੇ। ਤੇ ਅਸੀਂ ਇਸ ਕਰਕੇ ਐਟ ਦਾ ਟਾਈਮ ਆਫ ਮੈਰਿਜ ਅਰਦਾਸ ਕਰਦੇ ਹਾਂ। ਅਸੀਂ ਇਹਦਾ ਇੱਕ ਹੋਰ ਐਨਾਲੋਜੀ ਨਾਲ ਇਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਸੀ ਕਿ ਜਦੋਂ ਵੀ ਸਾਡੇ ਜਿਹੜੇ ਫਰੈਂਡਸ ਹੁੰਦੇ ਆ ਜੇ ਅਸੀਂ ਉਹਨਾਂ ਨਾਲ ਓਨੈਸਟ ਨਹੀਂ ਰਹਿੰਦੇ ਆ ਦੈਨ ਅਸੀਂ ਉਹਨਾਂ ਨਾਲ ਇੰਜੋਏਬਲ ਲਾਈਫ ਨਹੀਂ ਲੀਡ ਕਰ ਸਕਦੇ ਆ। ਇਸੇ ਤਰ੍ਹਾਂ ਹੀ ਜਦੋਂ ਸਾਡਾ ਜਿਹੜਾ ਪਾਰਟਨਰ ਹੈ ਲਾਈਫ ਵਿੱਚ ਆ ਰਿਹਾ ਸਾਨੂੰ ਉਹਨਾਂ ਨਾਲ ਓਨੈਸਟ ਰਹਿਣ ਵਾਸਤੇ, ਹੰਬਲ ਰਹਿਣ ਵਾਸਤੇ ਵਾਹਿਗੁਰੂ ਜੀ ਤੋਂ ਸਟਰੈਂਥ ਸੀਕ ਕਰਨੀ ਪੈਂਦੀ ਹੈ ਤਾਂ ਕਿ ਅਸੀਂ ਹਮੇਸ਼ਾ ਜਿਹੜਾ ਅੰਡਰ ਦਾ ਗਾਈਡੈਂਸ ਆਫ ਗੁਰਬਾਣੀ ਟੁਗੇਦਰ ਐਜ਼ ਅ ਗਰੁੱਪ, ਐਜ਼ ਅ ਫੈਮਿਲੀ ਆਪਣੀ ਲਾਈਫ ਜੀ ਸਕੀਏ। ਇੱਕ ਹੋਰ ਪੁਆਇੰਟ ਅਸੀਂ ਡਿਸਕਸ ਕੀਤਾ ਸੀ ਕਿ ਐਟ ਦ ਟਾਈਮ ਆਫ ਡੈਥ ਸੋ ਅਸੀਂ ਵਾਹਿਗੁਰੂ ਜੀ ਤੋਂ ਸਟਰੈਂਥ ਸੀਕ ਕਰਦੇ ਹਾਂ ਕਿ ਅਸੀਂ ਸਟਰੋਂਗ ਬਣੀਏ ਤੇ ਸਾਨੂੰ ਵਾਹਿਗੁਰੂ ਜੀ ਹੁਕਮ ਨੂੰ ਐਕਸੈਪਟ ਕਰਨ ਵਾਸਤੇ ਤਾਕਤ ਦੇਣ, ਸਟਰੈਂਥ ਦੇਣ ਤੇ ਅਸੀਂ ਇਹਨੂੰ ਜੋ ਵੀ ਸਾਡੇ ਲਾਈਫ ਵਿੱਚ ਚਲਾ ਗਿਆ ਉਹਨੂੰ ਐਕਸੈਪਟ ਕਰਨ ਵਾਸਤੇ ਔਰ ਉਹਨਾਂ ਦੀ ਲਾਈਫ ਦੇ ਜਿਹੜੇ ਟਾਈਮ ਸੀ ਜਿਹੜਾ ਅਸੀਂ ਉਹਨਾਂ ਨਾਲ ਸਪੈਂਡ ਕੀਤਾ ਉਹਨੂੰ ਅਸੀਂ ਐਪਰੀਸ਼ੀਏਟ ਕਰ ਸਕੀਏ। ਜੇ ਅਸੀਂ ਜਦੋਂ ਸਾਡੀ ਲਾਈਫ ਵਿੱਚੋਂ ਕੋਈ ਚਲਾ ਜਾਂਦਾ ਹੈ ਜਾਂ ਸਾਡਾ ਕੋਈ ਟੌਏ ਟੁੱਟ ਜਾਂਦਾ ਹੈ ਜਾਂ ਸਾਡਾ ਕੋਈ ਸਾਡੀ ਫਰੈਂਡਸ਼ਿਪ ਵਿੱਚ ਨਹੀਂ ਰਹਿੰਦਾ then if we cry not only we waste the time now but we also don't get the opportunity to appreciate apni past time spent with them and we are not able to focus in the future as well। ਇਸ ਕਰਕੇ ਸਾਡੇ ਆਪਣੇ ਭਲੇ ਵਾਸਤੇ ਸਾਨੂੰ ਇਹ ਵਾਹਿਗੁਰੂ ਜੀ ਤੋਂ ਸਟਰੈਂਥ ਸੀਕ ਕਰਨੀ ਪੈਂਦੀ ਹੈ। ਸੋ ਦੈਨ ਅਸੀਂ ਇਹਨੂੰ ਕੁਇਕਲੀ ਸਮਰਾਈਜ਼ ਕੀਤਾ ਸੀਗਾ ਕਿ ਅਰਦਾਸ ਇਜ਼ ਦ ਰਿਮਾਈਂਡਰ that we have to stay humble and acknowledge that Vaheguru Ji is assisting me with every task I do in my life। ਸਾਨੂੰ ਹਮੇਸ਼ਾ ਹੰਬਲ ਰਹਿਣ ਲਈ ਪਹਿਲਾਂ ਐਕਸੈਪਟ ਕਰਨਾ ਪੈਂਦਾ ਹੈ ਕਿ whatever I am doing I am getting the strength and I am getting the guidance from the Vaheguru Ji through the good voice। ਜਿਹੜੀ ਮੇਰੀ ਗੁੱਡ ਵੌਇਸ ਹੈ ਮੈਂ ਉਹਨੂੰ ਸੁਣਨਾ ਔਰ ਉਹਨੂੰ ਫੋਲੋ ਕਰਨਾ ਤਾਂ ਕਿ ਮੈਂ ਆਪਣੀ ਹੈਪੀ ਲਾਈਫ ਲੀਡ ਕਰ ਸਕਾਂ ਤੇ ਮੈਂ ਜਿਹੜੇ ਆਪਣੀ ਲਾਈਫ ਦੇ ਐਵਰੀ ਡੇ ਦੇ ਮੈਂਟਲ ਚੈਲੰਜਸ ਨੇ ਉਹਨਾਂ ਨੂੰ ਮੈਨੇਜ ਕਰ ਸਕਾਂ। So this was the very brief of what we have discussed in the last 50 minutes। ਅਸੀਂ ਇਹਨੂੰ ਛੋਟਾ ਜਿਹਾ ਰਿਕਾਰਡਿੰਗ ਕੀਤਾ for anybody who wants to listen to this afterwards। ਇੱਥੇ ਆਪਾਂ ਰਿਕਾਰਡਿੰਗ ਫਿਨਿਸ਼ ਕਰਦੇ ਹਾਂ ਜੀ then we will have some question answers। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।